Good morning, students. Now we will start our topic number 6 of chapter 3, जो कि है consumers equilibrium with two commodities or one commodity with two uses। ਹੁਣ ਇਹਦਾ ਮਤਲਬ ਕੀ ਆ? ਆਪਾਂ ਕੱਲ ਕੰਜ਼ਿਊਮਰ ਦਾ ਇਕੁਇਲੀਬ੍ਰੀਅਮ ਦੇਖਿਆ ਜਦੋਂ ਉਹ ਸਿਰਫ ਇੱਕ ਕਮੋਡਿਟੀ ਯੂਜ਼ ਕਰਦਾ ਤੇ ਉਹਨੂੰ ਇੱਕੋ ਵਾਰ ਹੀ ਯੂਜ਼ ਕਰਦਾ। ਅੱਜ ਆਪਾਂ ਉਦੋਂ ਦੇਖਣਾ ਜਦੋਂ ਕੰਜ਼ਿਊਮਰ ਦੋ ਵਸਤੂਆਂ, ਠੀਕ ਹੈ, ਇੱਕ ਤੋਂ ਜ਼ਿਆਦਾ टू कमोडिटीज़ ਨੂੰ यूज़ करता, ਜਾਂ ਉਹ कमोडिटीज़ अलग-अलग हो ਸਕਦੀਆਂ, ਜਿਵੇਂ ਇੱਕ ਪਾਸੇ ਚੋਕਲੇਟ यूज़ कर रहा, दूसरे पासे आइसक्रीम यूज़ कर रहा, ਜਾਂ ਫਿਰ ਕਹਿੰਦੇ ਇੱਕੋ ਵਸਤੂ ਹੋ ਸਕਦੀ ਹੈ, ਉਹਦੇ ਦੋ ਯੂਜ਼ਸ ਹੋ ਸਕਦੇ ਆ, ਜਿਵੇਂ ਮਿਲਕ ਆ, ਜਾਂ ਤਾਂ ਫਿਰ ਉਹਦਾ ਕੋਈ ਸ਼ੇਕ ਵਗੈਰਾ ਬਣਾ ਲਿਆ ਤੇ ਜਾਂ ਫਿਰ ਉਹਦੀਆਂ ਸਵੀਟਸ ਬਣਾ ਲਈਆਂ। ਠੀਕ ਹੈ, ਇਹਨਾਂ ਦਾ ਮਤਲਬ ਕੀ ਆ ਵੀ ਇਹਦੇ ਵਿੱਚ ਟੂ ਕਮੋਡਿਟੀਜ਼ ਦੇ ਜਦੋਂ ਉਹ ਯੂਜ਼ ਕਰ ਰਿਹਾ ਕੋਈ ਵੀ ਕੰਜ਼ਿਊਮਰ, ਉਹਦਾ ਇਕੁਇਲੀਬ੍ਰੀਅਮ ਦੇਖਣਾ। ਦੇਖੋ, ਦੋ ਵਸਤੂਆਂ ਜਾਂ ਦੋ ਉਪਭੋਗਾਂ ਵਾਲੀ ਇਕੱਲੀ ਵਸਤੂ ਨਾਲ ਉਪਭੋਗੀ ਦਾ ਸੰਤੁਲਨ ਪਤਾ ਕਰਨਾ। ਹੁਣ ਦੇਖੋ, if a consumer buys two commodities or a single commodity with two uses, ठीक है, two commodities ਆਪਾਂ ਮੰਨ ਲਈਆਂ ਵੀ ਕੰਜ਼ਿਊਮਰ ਆ ਜਿਹੜਾ ਉਹ ਕੰਜ਼ਿਊਮ ਕਰ ਰਿਹਾ ਜਾਂ ਫਿਰ ਬਾਏ ਕਰ ਰਿਹਾ। ਠੀਕ ਹੈ, ਇਨ ਦਿਸ ਕੇਸ ਕਹਿੰਦੇ ਜਦੋਂ ਉਹ ਟੂ ਕਮੋਡਿਟੀਜ਼ ਕੀ ਆ ਬਾਏ ਕਰਦਾ, ਖਰੀਦਦਾ, ਤਾਂ ਇਸ ਕੇਸ ਵਿੱਚ ਕੀ ਹੋਊਗਾ? ਕਹਿੰਦੇ ਪੋਜੀਸ਼ਨ ਆਫ ਕੰਜ਼ਿਊਮਰਸ ਇਕੁਇਲੀਬ੍ਰੀਅਮ ਕੈਨ ਬੀ determined according to the law of equimarginal utility। ठीक है, ये बहुत ही इंपॉर्टेंट पॉइंट आ। ठीक है, ਹੁਣ देखो ਆਪਾਂ इक्विलिब्रियम देखना ਜਦੋਂ ਉਹ ਕੋਈ ਵੀ ਕੰਜ਼ਿਊਮਰ ਆ ਟੂ ਕਮੋਡਿਟੀਜ਼ ਨੂੰ ਬਾਈ ਕਰ ਰਿਹਾ, ਖਰੀਦ ਰਿਹਾ, ਤਾਂ ਉਦੋਂ ਕਿਹੜੇ ਲਾਅ ਦੇ ਅਕੋਰਡਿੰਗ ਉਹਦਾ ਇਕੁਇਲਿਬ੍ਰੀਅਮ ਹੋਊਗਾ? ਦਾ ਲਾਅ ਆਫ ਇਕੁਇਮਾਰਜਨਲ यूटिलिटी। ठीक है, ਜਿਹਨੂੰ ਪੰਜਾਬੀ ਦੇ ਵਿੱਚ ਸਮਸੀਮਾਤ ਤੁਸ਼ਟੀਗੁਣ ਵੀ ਕਿਹਾ ਜਾਂਦਾ। ਹੁਣ ਦੇਖੋ, ਸਮਸੀਮਾਤ ਤੁਸ਼ਟੀਗੁਣ ਕੀ ਹੁੰਦਾ ਜਾਂ ਫਿਰ ਇਕੁਇਮਾਰਜਨਲ ਯੂਟਿਲਿਟੀ ਦਾ ਲਾਅ ਕੀ ਹੁੰਦਾ? ਜਿਵੇਂ ਕਿ ਨਾਮ ਤੋਂ ਹੀ ਕਲੀਅਰ ਆ, ਮਾਰਜਨਲ ਯੂਟਿਲਿਟੀ ਮਤਲਬ ਇਹਦੇ ਵਿੱਚ MU ਦੀ ਗੱਲ ਆਊਗੀ, ਇਕੁਈ ਮਤਲਬ ਕੁਛ ਇਕੁਅਲ ਹੋਣਾ। ਠੀਕ ਹੈ, ਦੇਖੋ according to this law, ਇਸ law ਦੇ according ਕੀ ਆ? the consumer spends his limited income on the different goods in such a way that the marginal utility from all the commodities are equal। ਠੀਕ ਹੈ, ਕਹਿੰਦੇ ਇਸ ਵਿੱਚ ਕੀ ਆ ਵੀ ਕੰਜ਼ਿਊਮਰ ਆਪਦੀ ਇਨਕਮ ਨੂੰ ਇਸ ਤਰ੍ਹਾਂ, ਲਿਮਿਟਡ ਇਨਕਮ ਆ ਉਹਦੀ, ਠੀਕ ਹੈ, ਕੋਈ ਲਿਮਿਟਡ ਸਾਧਨਾਂ ਤੋਂ ਉਹਦੀ ਇਨਕਮ ਮਤਲਬ ਬੰਨੀ ਹੋਈ ਹੈ ਵੀ ਇੰਨੀ ਹੋਈ ਹੈ, ਇਹਦੇ ਤੋਂ ਵੱਧ ਨਹੀਂ ਸਕਦੀ, ਉਹਨੂੰ ਇਸ ਤਰ੍ਹਾਂ ਖਰਚ ਕਰਦਾ ਦੋ ਕਮੋਡਿਟੀਜ਼ 'ਤੇ ਤਾਂ ਕਿ ਉਹਨੂੰ ਜਿਹੜੀ ਉਹਨਾਂ ਤੋਂ ਦੋ ਕਮੋਡਿਟੀਜ਼ ਤੋਂ ਜਿਹੜੀ ਉਹਨੂੰ ਮਾਰਜਨਲ ਯੂਟਿਲਿਟੀ ਮਿਲਦੀ ਆ, ਠੀਕ ਹੈ, ਉਹ ਕੀ ਹੁੰਦੀ ਹੈ? ਇਕੁਅਲ ਹੁੰਦੀ ਆ। ਤਾਂ ਕਰਕੇ ਇਸ ਲਾਅ ਨੂੰ ਕੀ ਕਿਹਾ ਜਾਂਦਾ? ਇਕੁਈ ਮਾਰਜਨਲ ਯੂਟਿਲਿਟੀ। ਮਤਲਬ ਜੋ ਦੋ ਵਸਤੂਆਂ ਯੂਜ਼ ਕਰ ਰਿਹਾ, ਕਮੋਡਿਟੀਜ਼ ਯੂਜ਼ ਕਰ ਰਿਹਾ, ਉਹਦੇ ਤੋਂ ਮਿਲਣ ਵਾਲੀ ਉਹਦੀ ਜਿਹੜੀ ਮਾਰਜਨਲ ਯੂਟਿਲਿਟੀ ਆ, MU ਆ, ਉਹ ਬਰਾਬਰ ਹੁੰਦੀ ਆ। ਹੁਣ ਦੇਖੋ ਇਹਨੂੰ ਕਿਵੇਂ ਦਿਖਾਇਆ ਜਾਂਦਾ ਇਹ ਲਾਅ ਨੂੰ? ਦੇਖੋ ਆਪਾਂ ਕੀ ਆ, ਟੂ ਕਮੋਡਿਟੀਜ਼ ਗੁਡਸ ਜਾਂ ਫਿਰ ਕਮੋਡਿਟੀਜ਼ ਯੂਜ਼ ਕਰ ਰਹੇ ਹਾਂ। ਠੀਕ ਹੈ, ਇੱਕ ਕਮੋਡਿਟੀ ਨੂੰ ਆਪਾਂ X ਮੰਨ ਲੈਣਾ, ਇੱਕ ਨੂੰ ਕੀ ਮੰਨ ਲੈਣਾ? Y ਮੰਨ ਲੈਣਾ। ਠੀਕ ਹੈ, ਹੁਣ ਕੀ ਹੈ ਇਹ ਲਾਅ ਕੀ ਕਹਿੰਦਾ? ਜਦੋਂ ਦੋਨਾਂ ਤੋਂ ਮਿਲਣ ਵਾਲੀ MU ਇੱਕ ਦੂਜੇ ਦੇ ਬਰਾਬਰ ਹੋਊਗੀ। ਹੁਣ ਦੇਖੋ, X ਕਮੋਡਿਟੀ ਤੋਂ ਮਿਲਣ ਵਾਲੀ MU ਇਕੁਅਲ ਟੂ Y ਕਮੋਡਿਟੀ ਤੋਂ ਮਿਲਣ ਵਾਲੀ MU ਜਦੋਂ ਬਰਾਬਰ ਹੁੰਦੀ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ? ਦਾ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਕਿਹਾ ਜਾਂਦਾ। ਇਹ ਤਾਂ ਉਦੋਂ ਦੀ ਗੱਲ ਆ, ਕਹਿੰਦੇ ਜਦੋਂ ਦਿਸ ਕੁਐਸਚਨ ਵਿਲ ਬੀ ਟਰੂ, ਇਹ ਕੁਐਸਚਨ ਉਦੋਂ ਹੀ ਸੱਚ ਹੋਊਗੀ, ਕਹਿੰਦੇ ਜਦੋਂ ਕਹਿੰਦੇ ਪ੍ਰਾਈਜ਼ਸ ਆਫ ਟੂ ਕਮੋਡਿਟੀਜ਼, ਕਹਿੰਦੇ ਜਦੋਂ ਦੋ ਗੁਡਸ ਆ X ਤੇ Y, ਉਹਨਾਂ ਦੇ ਪ੍ਰਾਈਜ਼ ਸੇਮ ਆ, ਮਤਲਬ ਤਾਂ ਜਿਹੜੀ X ਵਸਤੂ ਆ ਉਹ ਵੀ 10 ਰੁਪਏ ਦੀ ਹੈ ਜਾਂ Y ਵਸਤੂ ਆ ਉਹ ਵੀ 10 ਰੁਪਏ ਦੀ ਹੈ, ਤਾਂ ਹੀ ਕੀ ਆ ਜਿਹੜੀ ਇਹ ਕੁਐਸਚਨ ਆ ਸੱਚ ਹੋਊਗੀ, ਟਰੂ ਹੋਊਗੀ। ਕਹਿੰਦੇ ਜੇ ਇਹਨਾਂ ਦੇ ਪ੍ਰਾਈਜ਼ਸ ਡਿਫਰੈਂਸ ਆ, ਹੁਣ ਆਪਾਂ ਨੂੰ ਪਤਾ ਵੀ ਆਈਸਕ੍ਰੀਮ ਹੋਰ ਕਿਸੇ ਪ੍ਰਾਈਸ 'ਤੇ ਮਿਲਦੀ ਆ ਆਪਾਂ ਨੂੰ, ਠੀਕ ਹੈ, ਚੋਕਲੇਟ ਹੋਰ ਕਿਸੇ ਪ੍ਰਾਈਸ 'ਤੇ ਮਿਲਦਾ, ਤਾਂ ਕੀ ਕਰਾਂਗੇ? ਕਹਿੰਦੇ ਇਸ ਕੁਐਸਚਨ ਕਿਹਦੇ ਵਿੱਚ ਮੋਡੀਫਾਈ ਹੋਊਗੀ? ਉਹਦੇ ਓਵਰ ਉਹਦੇ ਪ੍ਰਾਈਜ਼ਸ ਲੱਗ ਜਾਣਗੇ। ਠੀਕ ਹੈ, ਹੁਣ ਜਿਵੇਂ ਕਿਸੇ ਕੋਈ ਵਸਤੂ X ਆ, ਉਹਦੇ ਤੋਂ ਆਪਾਂ ਉਹਨੂੰ ਯੂਜ਼ ਕਰਨ 'ਤੇ ਆਪਾਂ ਨੂੰ X ਵਸਤੂ ਦੀ 50 ਕੀ ਆ MU ਮਿਲਦੀ ਹੈ। ਠੀਕ ਹੈ, ਮਾਰਜਨਲ ਯੂਟਿਲਿਟੀ ਉਹਦੇ ਤੋਂ 50 ਮਿਲਦੀ ਆ, ਤੇ ਉਹ ਵਸਤੂ ਹੈ X ਮੰਨ ਲਓ ਆਪਾਂ ਨੂੰ ਕਿੰਨੇ ਰੁਪਏ 'ਚ ਮਿਲਦੀ ਆ? 5 ਰੁਪਏ 'ਚ ਮਿਲਦੀ ਆ। ਸੋ ਦੇਖੋ ਜਦੋਂ ਇਹਨੂੰ ਕਟਿੰਗ ਕਰਾਂਗੇ ਤੇ ਕੀ ਆ ਜਾਊਗਾ? 10 ਕੀ ਆ ਜਾਊਗਾ? ਇਹਦੀ ਹਰੇਕ ਪੈਸੇ ਤੋਂ ਮਿਲਣ ਵਾਲੀ ਯੂਟਿਲਿਟੀ ਆ ਜੂਗੀ। ਠੀਕ ਹੈ,
ਹੁਣ ਕੀ ਆ ਕਹਿੰਦੇ ਜਦੋਂ ਪ੍ਰਾਈਜ਼ਸ ਸੇਮ ਆ ਉਦੋਂ ਆਹ ਵਾਲੀ ਇਕੁਏਸ਼ਨ ਤੇ ਜਦੋਂ ਪ੍ਰਾਈਜ਼ਸ ਡਿਫਰੈਂਸ ਆ ਉਦੋਂ ਆਹ ਵਾਲੀ ਇਕੁਏਸ਼ਨ ਆ ਕਿਹੜੀ ਆ ਯੂਜ਼ ਕੀਤੀ ਜਾਂਦੀ ਹੈ, ਉਹਦੇ ਨੀਚੇ ਉਹਦੇ ਅਲੱਗ-ਅਲੱਗ ਪ੍ਰਾਈਜ਼ਸ ਲੱਗ ਜਾਂਦੇ ਆ। ਠੀਕ ਹੈ, ਹੁਣ ਕਹਿੰਦੇ ਆਪਾਂ ਕਰਨੀ ਆ ਕੰਜ਼ਿਊਮਰ ਦੇ ਇਕੁਇਲੀਬ੍ਰੀਅਮ ਦੀ ਗੱਲ, ਜਦੋਂ ਉਹ ਦੋ ਵਸਤੂਆਂ ਕੀ ਆ ਯੂਜ਼ ਕਰ ਰਿਹਾ। ਉਹ ਕਿਵੇਂ ਕੱਢਾਂਗੇ ਆਪਾਂ, ਸੇਮ ਆ ਦੇਖੋ, ਜਦੋਂ ਕੀ ਕਹਿੰਦੇ ਆ ਦੋ ਵਸਤੂਆਂ ਉਹਨਾਂ ਦੇ ਪ੍ਰਾਈਜ਼ ਡਿਫਰੈਂਟ ਆ। ਠੀਕ ਹੈ, ਤਾਂ ਕੀ ਕਰਾਂਗੇ ਆਪਾਂ ਉਹਦੀ MUX ਓਵਰ PX, ਠੀਕ ਹੈ, ਉਹਦਾ ਪ੍ਰਾਈਜ਼ ਇਜ਼ ਇਕੁਅਲ ਟੂ MUY ਓਵਰ PY। ਠੀਕ ਹੈ, ਇਹ ਕਿਹਦੇ ਬਰਾਬਰ ਆਊਗੀ, ਜਦੋਂ MUM ਮਤਲਬ ਇਹਨਾਂ ਤੇ ਜਿਹੜੀ ਵੀ ਮਨੀ ਸਪੈਂਡ ਕੀਤੀ ਆ, ਠੀਕ ਹੈ, ਉਹਦਾ ਇੱਕ ਪੈਸੇ ਤੋਂ ਕਿੰਨੀ ਮਾਰਜਨਲ ਯੂਟਿਲਿਟੀ ਮਿਲ ਰਹੀ ਹੈ। ਠੀਕ ਹੈ, ਉਹ ਆ ਜਿਵੇਂ ਹੁਣ ਆਪਾਂ ਕੱਢਿਆ ਸੀ ਵੀ X ਵਸਤੂ ਤੋਂ ਕੀ ਆਪਾਂ ਨੂੰ ਕਿੰਨਾ ਕੀ ਮਿਲ ਰਿਹਾ, ਇੰਨੀ ਮਾਰਜਨਲ ਯੂਟਿਲਿਟੀ ਮਿਲ ਰਹੀ ਆ। ਠੀਕ ਹੈ, ਤੇ ਉਹਦਾ ਪ੍ਰਾਈਜ਼ ਕੀ ਹੈ ਇੰਨਾ, ਜਦੋਂ ਆਪਾਂ ਇਹਨਾਂ ਨੂੰ ਡਿਵਾਈਡ ਕਰਾਂਗੇ ਤਾਂ ਆਪਣੀ 10 ਆ ਗਈ। ਠੀਕ ਹੈ, ਇਹ ਕੀ ਆਈ ਹੈ ਆਪਣੀ MUM ਮਤਲਬ ਮਾਰਜਨਲ ਯੂਟਿਲਿਟੀ ਆਫ ਮਨੀ। ਠੀਕ ਹੈ, ਹਰੇਕ ਪੈਸੇ ਤੋਂ ਕਿੰਨੀ ਮਾਰਜਨਲ ਯੂਟਿਲਿਟੀ ਮਿਲਦੀ ਹੈ। ਹੁਣ ਦੇਖੋ 5 ਰੁਪਏ ਆਪਾਂ ਖਰਚ ਕੀਤੇ, ਠੀਕ ਹੈ, ਜਦੋਂ ਆਪਾਂ 1 ਰੁਪਇਆ ਖਰਚ ਕੀਤਾ ਉਹਦੇ ਤੋਂ 10 ਯੂਟਿਲਸ ਆਪਾਂ ਨੂੰ ਪ੍ਰਾਪਤ ਹੋਈ। ਦੂਜਾ ਪੈਸਾ ਪ੍ਰਾਪਤ ਕੀਤਾ ਉਹਦੇ ਤੋਂ 10, ਤੀਸਰਾ ਉਹਦੇ ਤੋਂ ਵੀ 10 ਯੂਨਿਟ, ਠੀਕ ਹੈ, ਚੌਥਾ ਉਹਦੇ ਤੋਂ ਵੀ 10 ਯੂਟਿਲਸ। ਹੁਣ 5ਵਾਂ ਰੁਪਇਆ ਜਦੋਂ ਆਪਾਂ ਖਰਚ ਕੀਤਾ ਉਹਦੇ ਤੋਂ 10 ਯੂਟਿਲ ਆ ਜਿਹੜੇ ਉਹ ਖਰਚ ਹੋਏ। ਠੀਕ ਹੈ, ਆਪਾਂ ਨੂੰ ਪ੍ਰਾਪਤ ਹੋਏ। ਠੀਕ ਹੈ, ਇਸ ਤਰ੍ਹਾਂ ਆਪਾਂ ਜਦੋਂ ਇਹਦਾ ਪਲੱਸ ਕਰਾਂਗੇ ਤਾਂ ਉਹ ਕਿੰਨਾ ਆਜੂ 50 ਰੁਪਏ ਆਊਗੀ, ਜੋ ਕਿ ਆ ਸਾਰੀ X ਵਸਤੂ ਯੂਜ਼ ਕਰਨ ਤੋਂ ਆਪਾਂ ਨੂੰ ਮਾਰਜਨਲ ਯੂਟਿਲਿਟੀ ਮਿਲ ਰਹੀ ਹੈ। ਠੀਕ ਹੈ, ਤੇ ਉਹਦੇ ਕੱਲੇ ਪੈਸੇ ਤੋਂ, ਠੀਕ ਹੈ, ਕੱਲੇ ਪੈਸੇ ਤੋਂ 1 ਰੁਪਇਆ ਕਰਕੇ 5 ਰੁਪਏ ਬਣੇ ਨਾ, ਉਹਦੇ ਕੱਲੇ ਰੁਪਏ ਤੋਂ ਪਰ ਰੁਪੀਜ਼ ਕਿੰਨੀ ਕੀ ਆ ਯੂਟਿਲਿਟੀ ਪ੍ਰਾਪਤ ਹੋਈ 10। ਠੀਕ ਹੈ, ਜੋ ਕੀ ਆ ਹੁਣ ਦੇਖੋ ਜਦੋਂ ਆਪਾਂ ਇਕੁਇਲੀਬ੍ਰੀਅਮ ਕਰਨਾ, ਠੀਕ ਹੈ, ਕੰਜ਼ਿਊਮਰ ਦਾ ਜਦੋਂ ਦੋ ਵਸਤੂਆਂ ਯੂਜ਼ ਕਰ ਰਹੇ ਆ ਤਾਂ ਉਦੋਂ ਆਹ ਵਾਲਾ ਫਾਰਮੂਲਾ ਲੱਗੂਗਾ। ਠੀਕ ਹੈ, ਇਹ ਤੁਸੀਂ ਪੱਕੇ ਤੌਰ ਤੇ ਯਾਦ ਕਰ ਲੈਣਾ। ਇਸ ਤੋਂ ਅੱਗੇ ਆਪਾਂ ਇਹਦਾ ਟੇਬਲ ਕਰਾਂਗੇ। ਦੇਖੋ ਕਹਿੰਦੇ ਮੰਨ ਲੈਣੀ ਆ ਵੀ ਕਿਸੇ ਕੰਜ਼ਿਊਮਰ ਦੀ ਇਨਕਮ ਆ ਕੀ ਆ 7 ਰੁਪਏ ਆ ਉਹਦੇ ਕੋਲ, ਉਹਨੇ ਦੋ ਵਸਤੂਆਂ ਖਰੀਦਣੀਆਂ, X ਵਸਤੂ ਤੇ Y ਵਸਤੂ। ਠੀਕ ਹੈ, ਹੁਣ X ਵਸਤੂ ਆ ਜਿਹੜੀ ਕੱਲੀ ਉਹਦਾ ਕਿੰਨਾ ਪ੍ਰਾਈਜ਼ ਆ 1 ਰੁਪਇਆ ਤੇ Y ਦਾ ਵੀ ਕਿੰਨਾ ਪ੍ਰਾਈਜ਼ ਹੈ 1 ਰੁਪਇਆ, ਮਤਲਬ 1 ਰੁਪਇਆ ਦੇ ਕੇ ਇਹ ਵਸਤੂਆਂ ਆਪਾਂ ਖਰੀਦ ਸਕਦੇ ਹਾਂ। ਹੁਣ ਦੇਖੋ ਇਹਦਾ ਟੇਬਲ ਕਿਵੇਂ ਬਣਾਵਾਂਗੇ, ਆਪਾਂ ਪਹਿਲਾਂ ਯੂਨਿਟਸ ਲਵਾਂਗੇ। ਠੀਕ ਹੈ, 7 ਰੁਪਈਜ਼ ਦਾ ਆਪਾਂ 7 ਯੂਨਿਟਸ ਲਵਾਂਗੇ, ਫਸਟ, ਸੈਕਿੰਡ, ਥਰਡ, ਫੋਰਥ, 5th, 6th ਔਰ 7th। ਓਕੇ, ਹੁਣ ਆਪਾਂ ਨੂੰ ਕੀ ਆ ਮਾਰਜਨਲ ਯੂਟਿਲਿਟੀ X ਤੋਂ ਮੰਨ ਲਓ ਆਪਾਂ ਪਹਿਲਾਂ ਜਦੋਂ ਪਹਿਲੀ ਇਕਾਈ ਇਹਦੀ ਯੂਜ਼ ਕੀਤੀ ਆਪਾਂ ਨੂੰ ਮਾਰਜਨਲ ਯੂਟਿਲਿਟੀ ਸਪੋਜ਼ ਕਰ ਲਓ ਵੀ 12 ਕੀ ਆ ਪ੍ਰਾਪਤ ਹੋਈ। ਫਿਰ ਇਹ ਕੀ ਆ ਘਟਦੀ ਜਾਂਦੀ ਹੈ, ਕੱਲ ਵੀ ਆਪਾਂ ਪੜ੍ਹਿਆ ਸੀ ਕਿ ਇਹ ਹਮੇਸ਼ਾ ਕੀ ਆ ਘਟਦੀ ਜਾਂਦੀ ਹੈ। ਠੀਕ ਹੈ, ਇਹ 2 ਕਰਕੇ ਆਪਾਂ ਇਹਦਾ ਫਰਕ ਪਾ ਕੇ ਕੀ ਆ ਘਟਾ ਦੇਣਾ। ਠੀਕ ਹੈ, ਇੱਥੇ ਜਾ ਕੇ ਕੀ ਰਹਿ ਜੂ 0 ਰਹਿ ਜੂਗੀ। ਠੀਕ ਹੈ, ਹੁਣ ਦੇਖੋ ਉੱਦਾਂ ਹੀ ਦੋ ਵਸਤੂਆਂ ਖਰੀਦਦਾ ਸੀਗਾ ਨਾ, ਹੁਣ ਦੇਖੋ ਜਦੋਂ ਉਹਨੇ ਸੈਕਿੰਡ ਵਸਤੂ ਖਰੀਦੀ, Y ਵਸਤੂ ਖਰੀਦੀ, ਉਹਦੀ ਫਸਟ ਤੋਂ ਕਿੰਨੀ ਪ੍ਰਾਪਤ ਹੋਊਗੀ, ਮੰਨ ਲਓ 10, ਇਹ ਵੀ 8, 6, 4, 2, 0 ਤੋਂ ਅੱਗੇ ਕੀ ਹੈ ਮਾਈਨਸ 'ਚ ਚਲੇ ਜਾਂਦੇ, ਇਸ ਲਈ ਇਹ ਮਾਈਨਸ ਆ ਜੂ। ਹੁਣ ਆਪਾਂ ਕੀ ਕਰਨਾ ਵੀ 7 ਰੁਪਏ ਨੂੰ ਇਸ ਹਿਸਾਬ ਨਾਲ ਖਰਚ ਕਰਨਾ ਵੀ ਇਹਦੇ ਤੋਂ ਮਿਲਣ ਵਾਲੀਆਂ ਜਿਹੜੀਆਂ ਮਾਰਜਨਲ ਯੂਟਿਲਿਟੀ ਹੈ ਇੱਕ ਦੂਜੇ ਦੇ ਬਰਾਬਰ ਹੋ ਜਾਵੇ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ, ਹੁਣ ਆਪਣੇ ਕੋਲ ਕਿੰਨੇ ਪੈਸੇ ਆ ਟੋਟਲ 7 ਰੁਪਈਜ਼। ਠੀਕ ਹੈ, ਪਹਿਲਾ ਪੈਸਾ ਆਪਾਂ ਕਿਤੇ ਦੇ ਖਰਚ ਕਰਾਂਗੇ X ਵਸਤੂ ਤੇ, ਦੂਸਰਾ Y ਤੇ, ਤੀਸਰਾ ਫਿਰ X ਤੇ, ਚੌਥਾ ਫਿਰ Y ਤੇ, ਠੀਕ ਹੈ, ਪੰਜਵਾਂ X ਤੇ, ਛੇਵਾਂ Y ਤੇ, ਸੱਤਵਾਂ X ਤੇ। ਕਿੰਨੇ ਰੁਪਏ ਸੀ 7 ਤੱਕ ਹੋ ਗਿਆ। ਠੀਕ ਹੈ, ਪਹਿਲਾਂ ਆਪਾਂ X ਵਸਤੂ ਨੂੰ ਖਰੀਦਿਆ, ਫਿਰ Y ਨੂੰ ਖਰੀਦਿਆ, ਫਿਰ X ਨੂੰ, ਫਿਰ Y ਨੂੰ, ਫਿਰ ਆਪਾਂ ਉਦੋਂ ਤੱਕ ਖਰੀਦਦੇ ਰਵਾਂਗੇ ਜਦੋਂ ਤੱਕ ਕਿ ਆਪਣੀ ਇਨਕਮ ਕੀ ਆ ਫਿਨਿਸ਼ ਨਹੀਂ ਹੋ ਜਾਊਗੀ। ਹੁਣ ਇਹਨਾਂ ਤੋਂ ਟੋਟਲ ਯੂਟਿਲਿਟੀ ਕਿੰਨੀ ਪ੍ਰਾਪਤ ਹੋ ਗਈ ਹੈ, TU ਟੋਟਲ ਯੂਟਿਲਿਟੀ ਆਫ X 42। ਠੀਕ ਹੈ, ਜਦੋਂ ਆਪਾਂ ਇਹਨਾਂ ਦਾ ਪਲੱਸ ਕਰਾਂਗੇ ਇਹਨਾਂ ਦਾ। ਠੀਕ ਹੈ, ਹੁਣ ਦੇਖੋ ਇਹਦੇ ਤੋਂ ਕਿੰਨੀ ਮਿਲਦੀ ਹੈ ਆਪਾਂ ਨੂੰ Y ਤੋਂ, TU Y ਤੋਂ ਕਿੰਨੀ ਮਿਲਦੀ ਹੈ ਆਪਾਂ ਨੂੰ 28। ਠੀਕ ਹੈ, ਜਦੋਂ ਆਪਾਂ ਇਹਨਾਂ ਦੀ ਕੈਲਕੂਲੇਟ ਕਰਾਂਗੇ। ਠੀਕ ਹੈ, ਵਿੱਚੋਂ ਮਾਈਨਸ ਕਰ ਦੇਣਾ ਆਪਾਂ 2। ਓਕੇ, ਇੱਥੋਂ ਤੱਕ ਕਲੀਅਰ। ਇਸ ਤੋਂ ਅੱਗੇ ਦੇਖੋ ਕਹਿੰਦੇ ਦਾ ਕੰਜ਼ਿਊਮਰ ਵਿਲ ਵੀ ਇਕੁਇਲੀਬ੍ਰੀਅਮ ਔਰ ਗੇਨਿੰਗ ਮੈਕਸਿਮਮ ਸੈਟੀਸਫੈਕਸ਼ਨ ਔਰ ਯੂਟਿਲਿਟੀ। ਕਹਿੰਦੇ ਕੰਜ਼ਿਊਮਰ ਦਾ ਇਕੁਇਲੀਬ੍ਰੀਅਮ ਉੱਥੇ ਹੋਊਗਾ ਜਿੱਥੇ ਉਹਨੂੰ ਵੱਧ ਤੋਂ ਵੱਧ ਕੀ ਆ ਮੈਕਸਿਮਮ ਸੈਟੀਸਫੈਕਸ਼ਨ ਪ੍ਰਾਪਤ ਹੋਊਗੀ ਜਾਂ ਯੂਟਿਲਿਟੀ ਪ੍ਰਾਪਤ ਹੋਊਗੀ। ਠੀਕ ਹੈ, ਕਹਿੰਦੇ ਉਹ ਉਦੋਂ ਪ੍ਰਾਪਤ ਹੋਊਗੀ ਇਫ ਹੀ ਸਪੈਂਡਸ 4 ਰੁਪੀਜ਼ ਔਨ ਗੁੱਡ X ਐਂਡ 3 ਰੁਪੀਜ਼ ਔਨ ਗੁੱਡ Y। ਠੀਕ ਹੈ, ਕਹਿੰਦੇ ਇਹ ਉਦੋਂ ਹੀ ਪ੍ਰਾਪਤ ਹੋਊਗੀ ਜੇਕਰ ਉਹ X ਗੁੱਡ ਤੇ ਕੀਤਾ 4 ਰੁਪਏ ਖਰਚ ਕਰੂਗਾ। ਠੀਕ ਹੈ, 1 2 3 4
ਤੇ y ਗੁੱਡ ਤੇ 3 ਰੁਪਈਸ ਖਰਚ ਕਰੂਗਾ 1 2 3 4 ਠੀਕ ਹੈ। ਆ ਰੁਪਈਸ ਨਹੀਂ ਠੀਕ ਹੈ, ਇਹ ਉਹ ਰੁਪਈਸ ਦੇ ਕੀ ਆ ਨੰਬਰਿੰਗ ਸ਼ੋ ਕੀਤੀ ਆ ਵੀ ਪਹਿਲਾ ਪੈਸਾ ਇੱਥੇ, ਦੂਸਰਾ ਇੱਥੇ, ਤੀਸਰਾ ਇੱਥੇ। ਟੋਟਲ ਦੇਖੋ ਕਿੰਨਾ x ਤੇ ਖਰਚ ਕੀਤਾ ਉਹਨੇ 1 2 3 4 ਰੁਪਈਸ ਠੀਕ ਹੈ। y ਤੇ ਕਿੰਨੇ ਖਰਚ ਕੀਤੇ 1 2 3। ਹੁਣ ਆਪਾਂ ਇਹ ਪਤਾ ਕਰਨ ਲਈ ਵੀ ਇਹਦੇ ਤੋਂ ਟੋਟਲ ਯੂਟਿਲਿਟੀ ਕਿੰਨੀ ਪ੍ਰਾਪਤ ਹੁੰਦੀ ਆ, ਉਹ ਮੈਕਸਿਮਮ ਹੈਗੀ ਆ ਜਾਂ ਨਹੀਂ ਹੈਗੀ। ਇਹਦੇ ਲਈ ਆਪਾਂ ਕੱਲੀ ਕੀ ਕਰਾਂਗੇ TU ਆਫ x ਪ੍ਰਾਪਤ ਕਰਾਂਗੇ ਠੀਕ ਹੈ। TU ਆਫ x ਕਿੰਨੀ ਆ ਦੇਖੋ, ਪਹਿਲੇ ਰੁਪਏ ਤੋਂ ਕਿੰਨੀ ਪ੍ਰਾਪਤ ਹੁੰਦੀ ਆ 12, ਇਸ ਤੋਂ ਅੱਗੇ 10 ਠੀਕ ਹੈ, 10 ਤੋਂ ਬਾਅਦ ਅੱਗੇ 8 ਤੇ 6, 8 ਪਲੱਸ 6 ਇਹਦਾ ਟੋਟਲ ਕਿੰਨਾ ਹੋ ਗਿਆ ਆਪਣੇ ਕੋਲ 36। ਹੁਣ ਦੇਖੋ ਕੱਲੀ y ਤੋਂ, ਜਦੋਂ y ਤੇ ਉਹ ਕਿੰਨੇ ਰੁਪਏ ਖਰਚ ਕਰ ਰਿਹਾ 3 ਠੀਕ ਹੈ, 3 ਕਰ ਰਿਹਾ ਨਾ, ਆਪਾਂ 3 ਤੱਕ ਲੈ ਲੈਣਾ, ਪਹਿਲਾਂ 10 ਫਿਰ 8 ਫਿਰ 6, 10 ਪਲੱਸ 8 ਪਲੱਸ 6 ਇਹਨਾਂ ਦਾ ਟੋਟਲ ਕਿੰਨਾ ਬਣ ਗਿਆ 24। ਹੁਣ ਜਦੋਂ ਆਪਾਂ ਇਹਦਾ TU ਕੱਢਾਂਗੇ ਦੋਨਾਂ x ਤੇ y ਤੋਂ ਕਿੰਨਾ ਮਿਲਦਾ ਇਹਦਾ ਪਲੱਸ ਕਰਾਂਗੇ ਤਾਂ ਇਹ ਕਿੰਨਾ ਬਣ ਜਾਊਗਾ 60 ਯੂਟਿਲਸ ਠੀਕ ਹੈ। ਹੁਣ ਦੇਖੋ ਜੇਕਰ ਉਹ ਕਹਿ ਰਹੇ ਆ ਕਿ ਜੇਕਰ ਕਹਿੰਦੇ ਇਫ ਹੀ ਸਪੈਂਡਸ, ਕਹਿੰਦੇ ਜੇ ਉਹ 3 ਰੁਪਏ y ਗੁੱਡ y x ਤੇ ਖਰਚ ਕਰਦਾ ਤੇ 4 ਰੁਪਏ ਗੁੱਡ y ਤੇ ਖਰਚ ਕਰਦਾ ਤਾਂ ਉਹਨਾਂ ਦੀ ਯੂਟਿਲਿਟੀ, ਉਹਨਾਂ ਨੂੰ ਕਿੰਨੇ ਯੂਟਿਲਸ ਆ ਜਿਹੜੇ ਉਹ ਪ੍ਰਾਪਤ ਹੋਣਗੇ। ਦੇਖੋ ਆਪਾਂ ਕੀ ਕਰਨਾ ਇਦਾਂ ਹੀ ਰਹਿਣ ਦੇਣਾ ਸਾਰਾ ਠੀਕ ਹੈ। ਹੁਣ ਜਿਹੜਾ 7 ਰੁਪਈਸ ਉਹ ਖਰਚ ਕਰ ਰਿਹਾ, ਜੋ ਇਹਦੇ ਤੇ ਖਰਚ ਕਰਕੇ ਇਹਦੇ ਤੇ ਖਰਚ ਕਰੀ ਠੀਕ ਹੈ। ਹੁਣ ਇੱਧਰ ਕਿੰਨਾ ਹੋ ਗਏ 1 2 3 4 ਰੁਪਈਸ, ਇੱਧਰ ਕਿੰਨੇ ਹੋ ਗਏ 3 ਰੁਪਈਸ। ਹੁਣ ਦੇਖੋ ਕੀ ਹੋਊਗਾ, ਹੁਣ ਆਪਾਂ ਇਹਨਾਂ ਦੀ TU ਕੱਢ ਲੈਣੀ ਆ ਤੇ ਇਹਨਾਂ ਦੀ TU ਜਿਹੜੀ ਉਹ ਕੱਢ ਲੈਣੀ ਆ। ਦੇਖੋ x ਤੋਂ ਕਿੰਨੀ ਮਿਲੂਗੀ ਫਿਰ ਆਪਾਂ ਨੂੰ, ਦੇਖੋ 12 ਪਲੱਸ 10 ਪਲੱਸ 8 ਇਜ਼ੀਕਲ ਟੂ 30 ਠੀਕ ਹੈ। ਹੁਣ ਇਹਦੇ ਤੋਂ 3 ਸੀ, ਹੁਣ ਕਿੰਨੀ ਆ 4 ਰੁਪਏ ਖਰਚ ਰਿਹਾ, ਇਹਦੀ ਇੱਕ ਯੂਟਿਲਿਟੀ ਵੱਧ ਕੀ ਆਪਾਂ ਐਡ ਕਰਨੀ ਹੈ 10 ਪਲੱਸ 8 ਪਲੱਸ 6 ਪਲੱਸ 4 ਦੇਖੋ ਕਿੰਨੀ ਬਣ ਜੂਗੀ 28। ਇਹਦਾ ਟੋਟਲ ਕਰੋ ਠੀਕ ਹੈ। ਇਹਦੇ ਤੋਂ ਆਪਾਂ ਨੂੰ 58 ਯੂਟਿਲਸ ਪ੍ਰਾਪਤ ਹੋ ਰਹੇ ਆ। ਹੁਣ ਦੇਖੋ ਦੋਨੇ ਕੰਬੀਨੇਸ਼ਨ ਚੋਂ ਕਿਹੜਾ ਯੂਜ਼ ਕਰੂਗਾ ਉਹ ਠੀਕ, ਦੇਖੋ ਇਹਦੇ ਤੋਂ ਕਿੰਨੀ ਮਿਲ ਰਹੀ ਆ ਉਹਨੂੰ 60 ਯੂਟਿਲਸ, ਇਹਦੇ ਤੋਂ 58 ਯੂਟਿਲਸ, ਵੱਧ ਕਿਹੜੀ ਆ ਜਿਹੜੀ 60 ਯੂਨਿਟਸ ਆ ਠੀਕ ਹੈ। ਸੋ ਕੀ ਆ ਇਹ ਵਾਲਾ ਕੰਬੀਨੇਸ਼ਨ ਯੂਜ਼ ਕਰੂਗਾ ਕਿਉਂਕਿ ਇਹਦੇ ਤੇ ਉਹਦੀ ਜਿਹੜੀ ਸੈਟੀਸਫੈਕਸ਼ਨ ਆ ਉਹ ਕੀ ਆ ਮੈਕਸਿਮਮ ਹੋ ਰਹੀ ਆ। ਸੋ ਆਪਾਂ ਪੜ੍ਹਿਆ ਸੀ ਜਿੱਥੇ ਕੰਜ਼ਿਊਮਰ ਦੀ ਜਿਹੜੀ ਸੈਟਿਸਫੈਕਸ਼ਨ ਆ ਉਹ ਮੈਕਸਿਮਮ ਆ, ਉੱਥੇ ਕੀ ਆ ਉਹਦਾ ਇਕੁਇਲੀਬ੍ਰੀਅਮ ਫਿਕਸ ਹੋ ਜਾਊਗਾ। ਸੋ ਆਪਾਂ ਕੀ ਕਹਿ ਸਕਦੇ ਹਾਂ ਵੀ ਉਹ ਜਿਹੜੀ ਗੁੱਡ x ਤੇ ਆ ਕਿੰਨੇ ਰੁਪਏ ਖਰਚ ਕਰੂਗਾ 4 ਤੇ ਗੁੱਡ y ਤੇ ਕਿੰਨੇ ਰੁਪਏ ਖਰਚ ਕਰੂਗਾ 3। ਹੁਣ ਆਪਾਂ ਦੇਖੀਏ ਤਾਂ 4 ਪਲੱਸ 3 ਕਿੰਨੇ ਹੋ ਗਏ 7 ਤੇ ਟੋਟਲ ਉਹਨਾਂ ਕੋਲ ਰੁਪਈਸ ਕਿੰਨੇ ਸੀਗੇ 7। ਸੋ ਠੀਕ ਹੈ, ਆਪਾਂ ਕੀ ਕਹਿਣਾ ਵੀ ਇੱਥੇ ਕੀ ਆ ਉਹਦਾ ਕੰਜ਼ਿਊਮਰ ਦਾ ਇਕੁਇਲੀਬ੍ਰੀਅਮ ਫਿਕਸ ਹੋ ਜਾਊਗਾ। ਹੁਣ ਆਪਾਂ ਇਹਦੀ ਡਾਇਗਰਾਮ ਦੇਖਦੇ ਹਾਂ। ਸੋ ਡਾਇਗਰਾਮ ਬਣਾਉਣ ਤੋਂ ਪਹਿਲਾਂ ਇੱਕ ਚੀਜ਼ ਦੇਖੋ, ਹੁਣ ਆਪਾਂ ਦੇਖਿਆ ਜਦੋਂ ਕੀ ਆ x ਤੇ ਉਹ 4 ਰੁਪਏ ਖਰਚ ਕਰ ਰਿਹਾ ਤੇ y ਤੇ 3 ਰੁਪਏ ਖਰਚ ਕਰ ਰਿਹਾ, ਉਹ ਕੰਬੀਨੇਸ਼ਨ ਦੇ ਕਹਿੰਦੇ ਆ MU ਆਫ x ਕਿੰਨੀ ਆ 6 ਤੇ MU ਆਫ y ਤੇ ਕਿੰਨੀ ਆ 6, ਮਤਲਬ MU x ਔਰ MU y ਇੱਕ ਦੂਜੇ ਦੇ ਬਰਾਬਰ ਹੋ ਗਈ ਠੀਕ ਹੈ। ਆਪਾਂ ਵੀ ਕੀ ਕਹਿਣਾ ਸੀ, ਆਪਾਂ ਕੰਜ਼ਿਊਮਰ ਦੇ ਇਕੁਇਲੀਬ੍ਰੀਅਮ ਤੇ ਪੜ੍ਹਿਆ ਸੀ ਕਿ ਜਦੋਂ ਇਹ ਦੋਨੇ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਤੇ ਉੱਥੇ ਕੰਜ਼ਿਊਮਰ ਦਾ ਇਕੁਇਲੀਬ੍ਰੀਅਮ ਆ ਜਾਂਦਾ। ਸੋ ਇੱਥੇ MU M ਵੀ ਇਹਨਾਂ ਦੇ ਬਰਾਬਰ ਆ। ਸੋ ਆਪਾਂ ਕੀ ਆ ਇੱਕ ਡਾਇਗਰਾਮ ਬਣਾਵਾਂਗੇ। ਦੇਖੋ 2 ਡਾਇਗਰਾਮਸ ਨੇ ਇੱਥੇ। ਪਹਿਲਾਂ ਕੀ ਆ ਆਪਾਂ ਇੱਥੇ ਕੀ ਆ x ਦੀ ਯੂਨਿਟਸ ਲੈਣੀਆਂ ਗੁੱਡ ਦੀਆਂ ਤੇ ਇੱਥੇ y ਯੂਨਿਟ ਦੀਆਂ ਗੁੱਡ ਲੈਣੀਆਂ ਠੀਕ ਹੈ। ਇੱਥੇ MU ਆਫ x ਤੇ MU ਆਫ y ਆਪਾਂ ਨੂੰ ਪਤਾ ਸੀ ਕਿ ਇਕੁਇਲੀਬ੍ਰੀਅਮ ਕਿੱਥੇ ਹੋ ਰਿਹਾ ਸੀ ਜਦੋਂ ਕੀ ਆ MU ਆਫ x ਤੇ MU ਆਫ y 6 ਆ। ਸੋ 6 ਤੋਂ 6 ਲੈ ਕੇ ਇੱਕ ਲਾਈਨ ਲੰਬੀ ਬਣਾ ਦੇਣੀ ਹੈ ਜਿੱਥੇ MU ਆਫ x MU ਆਫ y ਐਂਡ MU ਆਫ m ਠੀਕ ਹੈ ਇੱਕ ਦੂਜੇ ਦੇ ਇਕੁਅਲ। ਕਲੀਅਰ। ਇਸ ਤੋਂ ਅੱਗੇ ਆਪਾਂ ਬਣਾਉਣੀ ਹੈ MU ਲਾਈਨ। ਕਿਵੇਂ ਬਣਾਉਣੀ ਹੈ ਆਪਾਂ ਨੂੰ ਪਤਾ, ਇਹ ਡਿਕਲਾਈਨ ਹੁੰਦੀ ਹੈ, ਹਮੇਸ਼ਾ ਕੱਲ ਪੜ੍ਹਿਆ ਸੀਗਾ ਠੀਕ ਹੈ, ਡਿਮਿਨਿਸ਼ਿੰਗ ਹੁੰਦੀ ਆ। ਦੇਖੋ x ਦੀ MU ਕਿੱਥੋਂ ਸਟਾਰਟ ਹੁੰਦੀ ਸੀ ਆਪਾਂ ਨੂੰ ਪਤਾ 12 ਤੋਂ ਠੀਕ ਹੈ, ਤੇ y ਦੀ ਕਿੱਥੋਂ ਸਟਾਰਟ ਹੁੰਦੀ ਸੀ 10 ਤੋਂ। ਸੋ 10 ਤੋਂ ਖਿੱਚ ਕੇ ਇਦਾਂ ਹੀ ਇੱਕ ਲਾਈਨ ਬਣਾ ਦੇਣੀ ਹੈ ਠੀਕ ਹੈ। ਜਿੱਥੇ ਕੱਟ ਰਹੀ ਆ ਉੱਥੇ ਕੀ ਹੈ ਇਹਨਾਂ ਦਾ ਇਕੁਇਲੀਬ੍ਰੀਅਮ ਹੋਊਗਾ। ਸੋ ਦੇਖੋ ਇਹਦਾ ਇਕੁਇਲੀਬ੍ਰੀਅਮ ਕਿੱਥੇ ਆ ਜਾਊਗਾ ਜਿੱਥੇ ਕੀ ਹੈ x ਉੱਤੇ y ਦਾ x ਦੇ ਉੱਤੇ ਕਿੰਨੇ 4 ਰੁਪਏ ਖਰਚ ਹੋ ਰਹੇ ਆ ਠੀਕ ਹੈ। ਇਹਦਾ ਇਕੁਇਲੀਬ੍ਰੀਅਮ ਕਿੱਥੇ ਆਊਗਾ ਜਿੱਥੇ y ਦੇ ਉੱਤੇ 3 ਰੁਪਏ ਖਰਚ ਹੋ ਰਹੇ ਆ।
ਕਹਿੰਦੇ ਜੇਕਰ ਉਹ ਖਰੀਦ ਲੈਂਦਾ, ਉਹ ਕਹਿ ਦਿੰਦਾ ਕਿ ਮੈਂ 3 ਰੁਪਏ ਹੈ ਐਕਸ ਵਸਤੂ ਤੇ ਖਰਚ ਕਰਨੇ ਆ, ਤਾਂ ਕੀ ਹੋਊਗਾ, ਜਿਹੜਾ 3 ਤੋਂ ਲੈ ਕੇ ਇੱਕ ਸਿੱਧੀ ਲਾਈਨ ਬਣ ਜੂਗਾ ਇੱਥੋਂ ਤੱਕ, ਠੀਕ ਹੈ, ਉਹ ਕੀ ਆ, ਇਹਦਾ ਲਾਸ ਹੋ ਜੂਗਾ, ਕਿਉਂਕਿ ਉਹ ਘੱਟ, ਜਦੋਂ ਐਕਸ ਤੇ ਘੱਟ ਰੁਪਏ ਕੀ ਆ ਖਰਚ ਕਰੂਗਾ ਤਾਂ ਉਹਨੂੰ ਇੰਨਾ ਕੀ ਆ ਲਾਸ ਹੋਊਗਾ, ਠੀਕ ਹੈ। ਕਹਿੰਦੇ ਜੇਕਰ ਉਹ ਕਹਿੰਦਾ ਵੀ ਮੈਂ ਵਾਈ ਤੇ 4 ਰੁਪਏ ਖਰਚ ਕਰਨੇ ਆ ਤਾਂ ਉਹਨਾਂ ਨੂੰ ਕਿੰਨਾ ਵਾਧਾ ਹੋਊਗਾ, ਜੇ ਉਹ 4 ਤੇ ਕੀ ਆ ਵੱਧ ਪੈਸੇ ਖਰਚ ਕਰ ਰਿਹਾ ਤਾਂ ਉਹਨੂੰ ਪ੍ਰੋਫਿਟ ਤਾਂ ਹੋਊਗਾ, ਠੀਕ ਹੈ, ਮਤਲਬ ਗੇਨ ਹੋਊਗਾ, ਕੁਝ ਪ੍ਰੋਫਿਟ ਹੋਊਗਾ। 4 ਤੇ ਦੇਖੋ ਇੱਕ ਲਾਈਨ ਬਣਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇੰਨਾ ਗੇਨ ਹੋ ਰਿਹਾ। ਹੁਣ ਦੇਖੋ ਤੁਹਾਨੂੰ ਗੇਨ ਇੰਨਾ ਹੋ ਰਿਹਾ, ਲਾਸ ਇੰਨਾ ਹੋ ਰਿਹਾ, ਠੀਕ ਹੈ। ਗੇਨ ਤੁਹਾਨੂੰ ਦੇਖਣ 'ਚ ਹੀ ਲੱਗ ਰਿਹਾ ਵੀ ਇਹ ਘੱਟ ਆ, ਠੀਕ ਹੈ, ਤੇ ਜਿਹੜਾ ਲਾਸ ਆ ਉਹ ਕੀ ਆ ਜ਼ਿਆਦਾ ਹੋ ਰਿਹਾ। ਸੋ ਆਪਾਂ ਕਿਹੜੇ ਕੰਬੀਨੇਸ਼ਨ ਤੇ ਬੈਟਰ ਸੀਗੇ, ਜਦੋਂ ਕੀ ਆ ਐਕਸ ਤੇ ਕੀ ਆ 4 ਰੁਪਏ ਖਰਚ ਹੋ ਰਹੇ ਸੀਗੇ ਤੇ ਵਾਈ ਤੇ ਕਿੰਨੇ ਆ 3 ਰੁਪਏ ਖਰਚ ਹੋ ਰਹੇ ਸੀ, ਠੀਕ ਹੈ। ਇੱਥੇ ਤੇ ਆਹ ਵਾਲੇ ਪੁਆਇੰਟ ਤੇ ਕੀ ਆ ਇਕੁਇਲਿਬਰੀਅਮ ਆ ਰਿਹਾ, ਸੋ ਕੀ ਆ ਇਹ ਦੋਨੇ ਕੀ ਆ ਇਕੁਇਲਿਬਰੀਅਮ ਪੁਆਇੰਟਸ ਹੋ ਗਏ ਆ। ਸੋ ਆਪਣਾ ਲੈਕਚਰ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।